Hello students, welcome you all. This is Gurdeep Singh from Xavier International School Chika. Today we are going to start Punjabi lesson. मैं किसे तो घट नहीं। ਵਿਦਿਆਰਥੀਓ ਜੋ ਅਸੀਂ ਅੱਜ ਪੰਜਾਬੀ ਦਾ ਲੈਸਨ ਕਰਨ ਜਾ ਰਹੇ ਹਾਂ ਇਸ ਦੀ PDF ਮੈਂ ਤੁਹਾਨੂੰ WhatsApp ਗਰੁੱਪ ਦੇ ਵਿੱਚ ਭੇਜ ਦਿੱਤੀ ਹੈ। ਲੈਸਨ ਦਾ ਨਾਮ ਹੈ ਜੀ ਮੈਂ ਕਿਸੇ ਤੋਂ ਘੱਟ ਨਹੀਂ। ਮੈਂ ਲੈਸਨ ਨੂੰ ਥੋੜ੍ਹਾ ਜਲਦੀ ਪੜ੍ਹਨ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਇਸ ਨੂੰ ਪਾਊਜ਼ ਕਰ ਕਰਕੇ ਦੇਖ ਸਕਦੇ ਹੋ ਅਤੇ ਉਸ ਤੋਂ ਬਾਅਦ ਵਿੱਚ PDF ਫਾਰਮ ਦੇ ਵਿੱਚ ਤੁਹਾਡੇ ਕੋਲ ਲੈਸਨ ਹੈ, ਤੁਸੀਂ ਉੱਥੋਂ ਚੰਗੀ ਤਰ੍ਹਾਂ ਇਸ ਨੂੰ ਰੀਡ ਕਰਨਾ ਹੈ ਅਤੇ ਇਹ ਲੈਸਨ ਦੇ ਜੋ ਕੁਐਸਚਨ ਆਨਸਰ ਨੇ ਉਹ ਤੁਸੀਂ ਸਾਰਿਆਂ ਨੇ ਪੰਜਾਬੀ ਦੀ ਪੱਕੀ ਕਾਪੀ ਦੇ ਉੱਤੇ ਨੋਟ ਕਰਨੇ ਨੇ। ਠੀਕ, ਹਾਂਜੀ। ਦੇਖੋ ਸਟੂਡੈਂਟਸ, ਇਹ ਜੋ ਇੱਕ ਲੈਸਨ ਹੈ ਮੈਂ ਕਿਸੇ ਤੋਂ ਘੱਟ ਨਹੀਂ, ਵਿਦਿਆਰਥੀਓ ਇੱਕ ਬਹੁਤ ਹੀ ਸਾਹਸੀ, ਦਲੇਰ, ਨਿਡਰ, ਬਹਾਦਰ ਕੁੜੀ ਦੀ ਕਹਾਣੀ ਹੈ ਇਹ, ਜਿਹੜੀ ਕਹਿੰਦੀ ਹੈ ਕਿ ਮੈਂ ਕਿਸੇ ਤੋਂ ਘੱਟ ਨਹੀਂ। ਦੇਖੋ ਬੇਸ਼ੱਕ ਉਹ ਸਰੀਰਕ ਤੌਰ ਦੇ ਉੱਤੇ ਅਪੰਗ ਹੈ। ਅਪੰਗ ਮੀਨਸ ਉਹ ਹੈਂਡੀਕੈਪਟ ਹੈ। ਉਸ ਦੀਆਂ ਜੋ ਦੋਨੇ ਲੱਤਾਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਅਤੇ ਉਹ ਜੋ ਵੀਲ ਸਾਈਕਲ ਹੁੰਦੀ ਹੈ, ਜਿਹਨੂੰ ਟ੍ਰਾਈਸਾਈਕਲ ਵੀ ਬੋਲਦੇ ਨੇ, ਉਸ ਦੇ ਉੱਤੇ ਸਕੂਲ ਜਾਂਦੀ ਆ ਉਹ। ਬਾਕੀ ਆਪਾਂ ਲੈਸਨ ਪੜ੍ਹਾਂਗੇ ਚੰਗੀ ਤਰ੍ਹਾਂ, ਤੁਹਾਨੂੰ ਉਹਦੇ ਵਿੱਚ ਸਭ ਕੁਛ ਕਲੀਅਰ ਹੋ ਜਾਊਗਾ। ਵਿਦਿਆਰਥੀ ਦੇਖੋ, ਰਜਨੀ ਇੱਕ ਕੁੜੀ ਹੈ ਜੋ ਕਿ ਪੋਲੀਓ ਦੀ ਬਿਮਾਰੀ ਤੋਂ ਗ੍ਰਸਤ ਹੈ। ਦੀ ਉਮਰ ਹੋਵੇਗੀ ਕੋਈ 11-12 ਸਾਲ ਦੀ ਅਤੇ ਪੋਲੀਓ ਦੀ ਬਿਮਾਰੀ ਕਰਕੇ ਉਸ ਦੀਆਂ ਦੋਵੇਂ ਲੱਤਾਂ ਨਕਾਰਾ ਹੋ ਚੁੱਕੀਆਂ। ਨਕਾਰਾ ਮੀਨਸ ਜਿਹੜਾ ਕਿ ਚੱਲ ਫਿਰ ਨਹੀਂ ਸਕਦੀਆਂ, ਕੰਮ ਨਹੀਂ ਕਰਦੀਆਂ ਹੈਗੀਆਂ। ਪਰ ਉਸ ਵਿੱਚ ਅੱਗੇ ਵਧਣ ਦਾ ਬਹੁਤ ਜਜ਼ਬਾ ਅਤੇ ਉਤਸ਼ਾਹ ਸੀ। ਕਈ ਖੇਡ ਮੁਕਾਬਲਿਆਂ ਵਿੱਚ ਉਸਨੇ ਇਨਾਮ ਵੀ ਜਿੱਤੇ। ਵਿਦਿਆਰਥੀਓ ਦੇਖੋ, ਇੱਥੋਂ ਸਾਨੂੰ ਇਹ ਗੱਲ ਕਲੀਅਰ ਹੋ ਗਈ ਕਿ ਜਿੱਤਣ ਦੇ ਲਈ ਸਿਰਫ ਤਾਕਤ ਦੀ ਜ਼ਰੂਰਤ ਨਹੀਂ ਹੁੰਦੀ, ਜਿੱਤਣ ਦੇ ਲਈ ਇੱਕ ਜਜ਼ਬੇ ਦੀ, ਇੱਕ ਦਲੇਰੀ ਦੀ ਅਤੇ ਇੱਕ ਹਿੰਮਤ ਦੀ ਜ਼ਰੂਰਤ ਹੁੰਦੀ ਹੈ। ਜਿਸ ਇਨਸਾਨ ਦੇ ਕੋਲ ਇਹ ਸਭ ਕੁਛ ਹੋਵੇ ਫਿਰ ਉਸ ਨੂੰ ਜਿੱਤਣ ਤੋਂ ਕੋਈ ਹਰਾ ਨਹੀਂ ਸਕਦਾ। ਵਿਦਿਆਰਥੀ ਦੇਖੋ ਅੱਗੇ ਹੁੰਦਾ ਕੀ ਹੈ, ਰਜਨੀ ਦੀ ਖਾਸੀਅਤ ਇਹ ਹੈ ਕਿ ਉਹ ਸਕੂਲੋਂ ਕਦੇ ਗੈਰ ਹਾਜ਼ਰ ਨਹੀਂ ਰਹਿੰਦੀ ਸੀ। ਉਹ ਆਪਣੇ ਪਿੰਡੋਂ ਟ੍ਰਾਈਸਾਈਕਲ 'ਤੇ 3 ਕਿਲੋਮੀਟਰ ਦੂਰ ਸ਼ਹਿਰ ਦੇ ਸਕੂਲ ਵਿੱਚ ਪੜ੍ਹਨ ਆਉਂਦੀ ਸੀ। ਕਈ ਵਾਰ ਮੌਸਮ ਖਰਾਬ ਹੋਣ ਕਰਕੇ ਮੰਮੀ ਉਸ ਨੂੰ ਸਕੂਲੋਂ ਛੁੱਟੀ ਲੈਣ ਲਈ ਆਖਦੀ ਤਾਂ ਰਜਨੀ ਅੱਗੋਂ ਆਖਦੀ, ਮੰਮੀ ਖਰਾਬ ਮੌਸਮ ਦੀ ਮੈਨੂੰ ਕੋਈ ਪਰਵਾਹ ਨਹੀਂ। ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਸਾਡੇ ਸਕੂਲ ਵਿੱਚ ਸਾਲਾਨਾ ਸਮਾਗਮ ਦੇ ਵਿੱਚ ਹਰੇਕ ਵਿਦਿਆਰਥੀ ਨੂੰ ਇਨਾਮ ਦਿੱਤਾ ਜਾਂਦਾ ਹੈ, ਜਿਸ ਦੀ ਹਾਜ਼ਰੀ ਸਾਰਾ ਸਾਲ ਵਿੱਚ ਦੂਜੇ ਵਿਦਿਆਰਥੀਆਂ ਤੋਂ ਵੱਧ ਹੁੰਦੀ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੀ ਹਾਜ਼ਰੀ ਹੋਰ ਬੱਚਿਆਂ ਦੇ ਨਾਲੋਂ ਘੱਟ ਹੋਵੇ, ਇਸ ਲਈ ਮੈਂ ਸਕੂਲ ਜਾਵਾਂਗੀ। ਥੋੜ੍ਹਾ ਬਹੁਤ ਮੌਸਮ ਖਰਾਬ ਮੇਰਾ ਰਾਹ ਨਹੀਂ ਰੋਕ ਸਕਦਾ। ਵਿਦਿਆਰਥੀ ਦੇਖੋ, ਇੱਥੋਂ ਸਾਨੂੰ ਗੱਲ ਪਤਾ ਲੱਗ ਜਾਂਦੀ ਹੈ ਕਿ ਉਸ ਦੇ ਵਿੱਚ ਕਿੰਨਾ ਜ਼ਿਆਦਾ ਜਜ਼ਬਾ ਹੈ। ਜੇਕਰ ਕਦੇ ਮੌਸਮ ਖਰਾਬ ਹੁੰਦਾ ਹੈ ਤਾਂ ਅਸੀਂ ਸੋਚਦੇ ਹਾਂ ਕਈ ਵਾਰੀ ਕਿ ਚਲੋ ਅੱਜ ਮੌਸਮ ਖਰਾਬ ਹੈ, ਵਧੀਆ ਸਕੂਲੋਂ ਛੁੱਟੀ ਮਿਲ ਸਕਦੀ ਹੈ ਸਾਨੂੰ, ਪਰ ਨਹੀਂ। ਦੇਖੋ ਉਹ ਜਿਹੜੀ ਕੁੜੀ 3 ਕਿਲੋਮੀਟਰ ਜੋ ਟ੍ਰਾਈਸਾਈਕਲ ਦੇ ਉੱਤੇ ਸਕੂਲ ਜਾਂਦੀ ਹੈ, ਪਰ ਉਹਦੇ ਵਿੱਚ ਹੌਸਲਾ ਇੰਨਾ ਜ਼ਿਆਦਾ ਹੈ ਕਿ ਖਰਾਬ ਮੌਸਮ ਵੀ ਉਹਨੂੰ ਸਕੂਲ ਜਾਣ ਤੋਂ ਨਹੀਂ ਰੋਕ ਸਕਦਾ, ਕਿਉਂਕਿ ਉਹਦੇ ਵਿੱਚ ਪੜ੍ਹਾਈ ਦਾ ਜਜ਼ਬਾ ਹੈ, ਹਿੰਮਤ ਹੈ, ਦਲੇਰੀ ਹੈ ਅਤੇ ਉਹ ਆਪਣੀ ਮਾਤਾ ਨੂੰ ਸਮਝਾਉਂਦੀ ਹੈ ਕਿ ਮੰਮੀ ਜਦੋਂ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਹੋਵੇਗਾ ਉਸ ਦੇ ਵਿੱਚ ਇੱਕ ਜੋ ਵਿਦਿਆਰਥੀ ਪੂਰਾ ਸਾਲ ਸਭ ਤੋਂ ਵੱਧ ਜੀ ਮੈਕਸਿਮਮ ਅਟੈਂਡੈਂਸ ਹੁੰਦੀ ਹੈ ਉਸ ਨੂੰ ਪ੍ਰਾਈਜ਼ ਮਿਲਦਾ ਹੈ ਅਤੇ ਮੈਂ ਨਹੀਂ ਚਾਹੁੰਦੀ ਕਿ ਉਹ ਪ੍ਰਾਈਜ਼ ਕਿਸੇ ਹੋਰ ਨੂੰ ਮਿਲੇ। ਅੱਗੇ ਦੇਖੋ ਵਿਦਿਆਰਥੀਓ ਕੀ ਹੁੰਦਾ ਹੈ, ਇਹ ਸੁਣ ਕੇ ਰਜਨੀ ਦੇ ਪਾਪਾ ਬੋਲੇ, ਰਜਨੀ ਠੀਕ ਹੈ, ਠੀਕ ਹੀ ਤਾਂ ਕਹਿ ਰਹੀ ਹੈ। ਅੱਗੋਂ ਰਜਨੀ ਮੁਸਕਰਾ ਪੈਂਦੀ ਅਤੇ ਅਲਵਿਦਾ ਆਖ ਟ੍ਰਾਈਸਾਈਕਲ 'ਤੇ ਸਕੂਲ ਜਾਣ ਲਈ ਰਵਾਨਾ ਹੋ ਜਾਂਦੀ। ਮੀਂਹ ਪੈਣ ਕਾਰਨ ਸਕੂਲ ਦੇ ਆਸ-ਪਾਸ ਕਾਫੀ ਵੱਡਾ ਹੋ ਗਿਆ ਸੀ। ਦੇਖੋ ਵਿਦਿਆਰਥੀਓ, ਆਪਾਂ ਨੂੰ ਪਤਾ ਹੈ ਕਿ ਜਦੋਂ ਬਰਸਾਤ ਦੇ ਮੌਸਮ ਹੁੰਦੇ ਹਨ ਤਾਂ ਉਸ ਸਮੇਂ ਜੋ ਹੈ ਸਕੂਲ ਦੇ ਗਰਾਊਂਡ ਦੇ ਵਿੱਚ ਜੋ ਘਾਹ ਫੂਸ ਹੈ ਕਾਫੀ ਵੱਡਾ ਹੋ ਜਾਂਦਾ ਹੈ, ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ। ਅਤੇ ਸਕੂਲ ਦਾ ਮਾਲੀ ਜਿਸ ਦਾ ਨਾਮ ਸੀ ਮੋਹਨ, ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਉਹ, ਇਸ ਕਰਕੇ ਸਕੂਲ ਵਿੱਚ ਘਾਹ ਕੱਟਣ ਦਾ ਬੰਦੋਬਸਤ ਨਹੀਂ ਹੋ ਸਕਿਆ। ਰਜਨੀ ਦੀ ਜਮਾਤ ਦੇ ਕਮਰੇ ਦੇ ਪਿਛਲੇ ਪਾਸੇ ਕਾਫੀ ਘਾਹ ਹੋ ਗਿਆ ਸੀ। ਕਈ ਵਾਰ ਰਜਨੀ ਦੇ ਇੰਚਾਰਜ ਅਧਿਆਪਕ ਮੋਹਨ ਲਾਲ ਜੀ, ਦੇਖੋ ਉਰੇ ਜਿਹੜਾ ਸਕੂਲ ਦਾ ਮਾਲੀ ਹੈ ਉਸ ਦਾ ਨਾਮ ਵੀ ਮੋਹਨ ਹੈ ਅਤੇ ਜੋ ਕਲਾਸ ਦੇ ਇੰਚਾਰਜ ਨੇ ਰਜਨੀ ਦੇ ਉਸ ਦਾ ਨਾਮ ਵੀ ਕੀ ਹੈ ਜੀ, ਮੋਹਨ ਲਾਲ ਹੀ ਹੈ। ਆਖ ਚੁੱਕੇ ਸਨ ਕਿ ਘਾਹ ਵੱਡਾ ਹੋ ਚੁੱਕਿਆ ਹੈ, ਇਹਨੂੰ ਕਟਵਾਉਣਾ ਜ਼ਰੂਰੀ ਹੈ।
ਤੇ ਦੇਖੋ ਵਿਦਿਆਰਥੀਓ, ਕਿਉਂਕਿ ਇਸ ਦੇ ਨਾਲ ਸਮੱਸਿਆ ਕੀ ਆਉਂਦੀ ਹੈ, ਕਈ ਵਾਰ ਜੇਕਰ ਘਾਹ ਫੂਸ ਜ਼ਿਆਦਾ ਵੱਡਾ ਹੋ ਜਾਵੇ ਤਾਂ ਇਸ ਦੇ ਨਾਲ ਕਈ ਵਾਰ ਕੋਈ ਜ਼ਹਿਰੀਲੇ ਜੀਵ ਜੋ ਇਸ ਘਾਹ ਦੇ ਰਾਹੀਂ ਵਿੱਚ ਆ ਜਾਂਦੇ ਹਨ, ਉਹ ਸਾਨੂੰ ਨਜ਼ਰ ਨਹੀਂ ਆਉਂਦੇ ਅਤੇ ਸਾਡਾ ਉਹ ਨੁਕਸਾਨ ਕਰ ਸਕਦੇ ਹਨ। ਜਿਹੜੇ ਕਲਾਸ ਦੇ ਇੰਚਾਰਜ ਸੀਗੇ ਜੀ ਸ਼੍ਰੀ ਮੋਹਨ ਲਾਲ ਜੀ, ਉਹਨਾਂ ਨੂੰ ਵੀ ਇਹੀ ਡਰ ਸਤਾ ਰਿਹਾ ਸੀ। ਅੱਗੇ ਦੇਖੋ ਵਿਦਿਆਰਥੀਓ ਕੀ ਹੁੰਦਾ ਹੈ, ਕਿਉਂਕਿ ਉਸ ਵਿੱਚੋਂ ਕੋਈ ਜ਼ਹਿਰੀਲਾ ਜੀਵ ਵੀ ਤਾਂ ਹੋ ਸਕਦਾ ਸੀ ਅਤੇ ਉਹੀ ਹੋਇਆ ਜਿਸ ਦਾ ਮੋਹਨ ਲਾਲ ਜੀ ਨੂੰ ਡਰ ਸੀ। ਇੱਕ ਦਿਨ ਦੀ ਗੱਲ ਹੈ, ਰਜਨੀ ਦੀ ਜਮਾਤ ਦੇ ਸਾਰੇ ਵਿਦਿਆਰਥੀ ਮੈਦਾਨ ਵਿੱਚ ਖੇਡ ਰਹੇ ਸਨ। ਹਿੰਦੀ ਦੇ ਪੀਰੀਅਡ ਦੀ ਘੰਟੀ ਵੱਜੀ ਤਾਂ ਸਾਰੇ ਆਪਣੇ ਕਮਰੇ ਵਿੱਚ ਦੌੜ ਕੇ ਆਪਣੇ ਕਮਰੇ ਵਿੱਚ ਆ ਗਏ ਅਤੇ ਅਧਿਆਪਕ ਦੀ ਉਡੀਕ ਆ ਕੇ ਬੈਠ ਗਏ ਅਤੇ ਅਧਿਆਪਕ ਦੀ ਉਡੀਕ ਹੋਣ ਲੱਗੀ। ਦੇਖੋ ਇਸ ਤਰ੍ਹਾਂ ਹੀ ਹੋਇਆ, ਘਾਹ ਵੱਡਾ ਸੀਗਾ ਜੀ, ਸਾਰੇ ਬੱਚੇ ਜੋ ਖੇਡਾਂ ਦਾ ਪੀਰੀਅਡ ਸੀ ਉਹਦੇ ਵਿੱਚ ਬਾਹਰ ਗਰਾਊਂਡ ਦੇ ਵਿੱਚ ਗਏ ਹੋਏ ਨੇ ਅਤੇ ਉਸ ਤੋਂ ਬਾਅਦ ਹਿੰਦੀ ਦਾ ਪੀਰੀਅਡ ਲੱਗਣਾ ਸੀ ਅਤੇ ਸਾਰੇ ਵਿਦਿਆਰਥੀ ਕਲਾਸ ਦੇ ਵਿੱਚ ਆ ਗਏ। ਚਾਣਚੱਕ ਹੀ ਜਮਾਤ ਵਿੱਚ ਪਿੱਛੋਂ ਬੈਠੇ ਰਾਹੁਲ ਦੀ ਨਜ਼ਰ ਆਪਣੀ ਬੈਂਚ ਦੀ ਇੱਕ ਲੱਤ ਨਾਲ ਲਿਪਟੇ ਪਏ ਸੱਪ 'ਤੇ ਪਈ ਅਤੇ ਇੱਕਦਮ ਘਬਰਾ ਗਿਆ। ਉਸਨੇ ਰੌਲਾ ਪਾ ਦਿੱਤਾ, ਸੱਪ ਸੱਪ। ਕੀ ਹੋਇਆ ਜੀ, ਕਲਾਸ ਦੇ ਵਿੱਚ ਪਿਛਲੇ ਪਾਸੇ ਇੱਕ ਰਾਹੁਲ ਨਾਂ ਦਾ ਵਿਦਿਆਰਥੀ ਸਟੂਡੈਂਟ ਬੈਠਾ ਸੀ। ਜਦੋਂ ਉਸਨੇ ਕਲਾਸ ਦੇ ਵਿੱਚ ਆ ਕੇ ਦੇਖਿਆ ਕਿ ਕਲਾਸ ਦੇ ਇੱਕ ਬੈਂਚ ਦੇ ਉੱਤੇ ਸੱਪ ਲਿਪਟਿਆ ਪਿਆ ਹੈ ਤਾਂ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਲਾਂ ਛਿਨਾਂ ਦੇ ਵਿੱਚ ਹੀ ਜਮਾਤ ਵਿੱਚ ਹਾਹਾਕਾਰ ਮੱਚ ਗਈ। ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੋਏ ਕਮਰੇ ਤੋਂ ਬਾਹਰ ਭੱਜ ਗਏ। ਉਸ ਸੱਪ ਕਮਰੇ ਦੇ ਬਾਹਰ ਉੱਗੇ ਵੱਡੇ ਘਾਹ ਵਿੱਚੋਂ ਕੰਧ ਤੋਂ ਚੜ੍ਹਦਾ ਹੋਇਆ ਬਾਰੀ ਰਾਹੀਂ ਕਮਰੇ ਵਿੱਚ ਆ ਗਿਆ ਸੀ। ਜੋ ਖਿੜਕੀ ਸੀਗੀ, ਵਿੰਡੋ ਸੀਗੀ, ਉਹਦੇ ਰਾਹੀਂ ਕਮਰੇ ਵਿੱਚ ਉਹ ਸੱਪ ਦਾਖਲ ਹੋਇਆ ਸੀ। ਰਜਨੀ ਜਮਾਤ ਦੇ ਵਿਚਕਾਰ ਆਪਣੀ ਸਹੇਲੀ ਪੂਜਾ ਨਾਲ ਬੈਂਚ 'ਤੇ ਬੈਠੀ ਹੋਈ ਸੀ। ਪੂਜਾ ਨੇ ਉਸ ਨੂੰ ਫਟਾਫਟ ਬਾਹਰ ਨਿਕਲ ਲਈ ਆਖਿਆ, ਪਰ ਇੱਕਦਮ ਬਾਹਰ ਨਿਕਲਣਾ ਉਸ ਲਈ ਔਖਾ ਸੀ ਕਿਉਂਕਿ ਰਜਨੀ, ਤੁਹਾਨੂੰ ਮੈਂ ਦੱਸਿਆ ਹੈ ਕਿ ਉਹਦੇ ਦੋਨੇ ਲੱਤਾਂ ਖਰਾਬ ਹੋਣ ਕਾਰਨ ਉਹ ਇੰਨੀ ਫੁਰਤੀ ਦੇ ਨਾਲ ਜਲਦੀ ਦੇ ਨਾਲ ਕਲਾਸਰੂਮ ਦੇ ਵਿੱਚੋਂ ਬਾਹਰ ਨਹੀਂ ਸੀ ਆ ਸਕਦੀ। ਸਾਰੇ ਵਿਦਿਆਰਥੀ ਕਲਾਸ ਤੋਂ ਬਾਹਰ ਚਲੇ ਗਏ ਅਤੇ ਉਸ ਦੇ ਨਾਲ ਜੋ ਪੂਜਾ ਉਹਦੀ ਦੋਸਤ ਸੀਗੀ, ਰਜਨੀ ਦੀ ਫਰੈਂਡ ਸੀ, ਉਹ ਵੀ ਕਲਾਸ ਤੋਂ ਬਾਹਰ ਚਲੇ ਗਈ। ਰਜਨੀ ਨੇ ਦੇਖਿਆ ਕਿ ਸੱਪ 3 ਫੁੱਟ ਤੋਂ ਵੀ ਵੱਡਾ ਹੈ, ਕਾਫੀ ਵੱਡਾ ਸੱਪ ਸੀ 3 ਫੁੱਟ ਤੋਂ, ਅਤੇ ਵਿਦਿਆਰਥੀਆਂ ਦੀ ਹਾਲ ਦੁਹਾਈ ਨਾਲ ਸੱਪ ਵੀ ਘਬਰਾ ਗਿਆ ਅਤੇ ਕਮਰੇ ਦੇ ਫਰਸ਼ ਪੱਕਾ ਸੀ, ਇਸ ਲਈ ਸੱਪ ਨੂੰ ਛੁਪਣ ਲਈ ਕੋਈ ਖੁੱਡ ਵਗੈਰਾ ਲੱਭਣ ਲਈ ਇੱਧਰ ਉੱਧਰ ਦੌੜ ਰਿਹਾ ਸੀ। ਦੇਖੋ, ਕਿਉਂਕਿ ਫਰਸ਼ ਉੱਤੇ ਜਿਹੜਾ ਸੱਪ ਹੁੰਦਾ ਹੈ ਉਸ ਨੂੰ ਚੱਲਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ, ਕਿਉਂਕਿ ਜਿਸ ਤਰ੍ਹਾਂ ਸਾਨੂੰ ਸੱਪ ਤੋਂ ਡਰ ਲੱਗਦਾ ਹੈ ਇਸੇ ਤਰ੍ਹਾਂ ਉਹ ਵੀ ਸਾਡੇ ਤੋਂ ਡਰਦਾ ਹੈ। ਹੁਣ ਹੋਇਆ ਕਿ ਜਦੋਂ ਸੱਪ ਕਮਰੇ ਦੇ ਵਿੱਚ ਆ ਗਿਆ, ਸਾਰੇ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ, ਬੱਚੇ ਸਾਰੇ ਬਾਹਰ ਚਲੇ ਗਏ। ਫਿਰ ਹੋਇਆ ਕਿ ਜੀ ਜਿਹੜਾ ਸੱਪ ਹੈ ਵਿਚਾਰਾ ਇੱਧਰ ਉੱਧਰ ਕਿਤੇ ਖੁੱਡ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੇ ਲਈ, ਬਚਣ ਦੇ ਲਈ ਉਹ ਜਗ੍ਹਾ ਲੱਭਣੀ ਸ਼ੁਰੂ ਕਰ ਦਿੱਤੀ ਉਹਨੇ। ਰਜਨੀ ਨੇ ਫੌਰਨ ਦਿਮਾਗ ਤੋਂ ਕੰਮ ਲਿਆ। ਉਸਨੇ ਆਪਣਾ ਤੇ ਪੂਜਾ ਦਾ ਬੈਗ ਉਲਟਾ ਦਿੱਤਾ। ਦੋਵੇਂ ਬੈਗ ਖਾਲੀ ਕਰਕੇ ਥੋੜ੍ਹੇ ਅੰਤਰ ਨਾਲ ਆਪਣੇ ਨੇੜੇ ਹੀ ਫਰਸ਼ ਉੱਤੇ ਸੁੱਟ ਦਿੱਤੇ। ਰਜਨੀ ਦੀ ਵਿਉਂਤ ਕੰਮ ਕਰ ਗਈ। ਵਿਉਂਤ ਮੀਨਸ ਜੋ ਉਸਨੇ ਸਕੀਮ ਸੋਚੀ ਸੀ ਉਹ ਕੰਮ ਕਰ ਗਈ। ਰਜਨੀ ਨੇ ਕੀ ਕੀਤਾ, ਆਪਣੇ ਦਿਮਾਗ ਤੋਂ ਕੰਮ ਲਿਆ। ਉਹ ਡਰੀ ਨਹੀਂ, ਉਸਨੇ ਰੌਲਾ ਨਹੀਂ ਪਾਇਆ। ਉਸਨੇ ਕੀ ਕੀਤਾ, ਆਪਣਾ ਤੇ ਰਜਨੀ ਦਾ ਬੈਗ ਜੋ ਸੀਗਾ ਉਸ ਨੂੰ ਖਾਲੀ ਕੀਤਾ, ਕਿਤਾਬਾਂ 'ਚੋਂ ਖਾਲੀ ਕੀਤਾ ਅਤੇ ਉਸਨੇ ਆਪਣੇ ਨੇੜੇ ਹੀ ਫਰਸ਼ ਦੇ ਉੱਤੇ ਉਹਨਾਂ ਦੋਨਾਂ ਬੈਗਾਂ ਨੂੰ ਸੁੱਟ ਦਿੱਤਾ। ਉਹਦੀ ਸਕੀਮ ਕੰਮ ਹੋਈ। ਜਿਉਂ ਹੀ ਸੱਪ ਫਰਸ਼ 'ਤੇ ਪਏ ਇੱਕ ਖਾਲੀ ਬੈਗ ਵਿੱਚ ਆ ਕੇ ਵੜਿਆ ਤਾਂ ਰਜਨੀ ਨੇ ਫੁਰਤੀ ਨਾਲ ਬੈਗ ਤੋਂ ਉੱਠ ਕੇ ਦੋਵਾਂ ਹੱਥਾਂ ਨਾਲ ਬੈਗ ਦਾ ਮੂੰਹ ਬੰਦ ਕਰ ਦਿੱਤਾ। ਸੱਪ ਦੀ ਪੂੰਛ ਬੈਗ ਤੋਂ ਥੋੜ੍ਹੀ ਜਿਹੀ ਬਾਹਰ ਦਿਖਾਈ ਦੇ ਰਹੀ ਸੀ। ਰਜਨੀ ਬੈਗ ਛੱਡ ਕੇ ਬਾਹਰ ਆ, ਸੱਪ ਤੈਨੂੰ ਡੰਗ ਲਵੇਗਾ। ਬਾਹਰੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ਪਰ ਰਜਨੀ ਨੇ ਅਜਿਹਾ ਨਹੀਂ ਕੀਤਾ ਹੈਗਾ। ਵਿਦਿਆਰਥੀਓ, ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਹੜੇ ਕਮਰੇ ਤੋਂ ਬਾਹਰ ਰਜਨੀ ਦੇ ਫਰੈਂਡ ਖੜ੍ਹੇ ਸੀਗੇ, ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਰਜਨੀ ਤੂੰ ਬੈਗ ਨੂੰ ਛੱਡ ਕੇ ਬਾਹਰ ਆ ਜਾ। ਕਮਰੇ ਦੇ ਬਾਹਰ ਖੜ੍ਹੇ ਪੂਜਾ ਅਤੇ ਹੋਰ ਜਮਾਤੀ ਚੀਕ ਕੇ ਕਹਿ ਰਹੇ ਸਨ, ਪਰ ਰਜਨੀ ਨੇ ਬੈਗ ਦਾ ਮੂੰਹ ਘੁੱਟ ਕੇ ਬੰਦ ਕਰ ਕੀਤਾ ਹੋਇਆ ਸੀ। ਤਦ ਹੀ ਸਕੂਲ ਦਾ ਸੇਵਾਦਾਰ ਪ੍ਰਾਣਨਾਥ ਹੁਣ ਉਰੇ ਸੇਵਾਦਾਰ ਹੈ। ਦੇਖੋ, ਜੋ ਮਾਲੀ ਸੀਗਾ ਉਹਦਾ ਨਾਮ ਮੋਹਨ ਸੀਗਾ
जो इंचार्ज है ਉਹਦਾ ਨਾਮ ਮੋਹਨ ਲਾਲ ਜੀ ਨੇ ਅਤੇ ਜੋ ਸੇਵਾਦਾਰ ਹੈ ਉਸਦਾ ਨਾਮ ਕੀ ਪ੍ਰਾਣਨਾਥ। ਹੱਥ ਵਿੱਚ ਸੋਟੀ ਫੜੀ ਕਮਰੇ ਵਿੱਚ ਆਇਆ। ਜਦੋਂ ਉਸਨੇ ਰਜਨੀ ਨੂੰ ਅਜਿਹੀ ਹਾਲਤ ਵਿੱਚ ਦੇਖਿਆ ਤਾਂ ਉਹ ਦੰਗ ਰਹਿ ਗਿਆ। ਪ੍ਰਾਣਨਾਥ ਬੋਲਿਆ, ਕੁੜੀਏ ਖਤਰਾ ਮੁੱਲ ਨਾ ਲੈ, ਇਹ ਬੈਗ ਛੱਡ ਦੇ, ਫਟਾਫਟ ਕਰ, ਬੈਗ ਤੇ ਬੈਂਚ 'ਤੇ ਜਾ ਚੜ੍ਹ, ਮੈਂ ਇਸ ਨੂੰ ਬੈਗ ਵਿੱਚ ਹੀ ਮਾਰ ਦੇਵਾਂਗਾ, ਛੇਤੀ ਕਰ, ਸੱਪ ਤੈਨੂੰ ਡੰਗ ਮਾਰ ਦੇਗਾ। ਅੰਕਲ ਜੀ, ਰਜਨੀ ਬੋਲੀ, ਅੰਕਲ ਜੀ ਸੱਪ ਹੁਣ ਇਸ ਬੈਗ ਤੋਂ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਮੈਂ ਬੜੀ ਮਜ਼ਬੂਤੀ ਨਾਲ ਘੁੱਟ ਕੇ ਬੈਗ ਦਾ ਮੂੰਹ ਬੰਦ ਕੀਤਾ ਹੋਇਆ ਹੈ। ਰਜਨੀ ਨੇ ਉੱਤਰ ਦਿੱਤਾ। ਸੱਪ ਬੈਗ ਵਿੱਚ ਫੁੰਕਾਰੇ ਮਾਰ ਰਿਹਾ ਸੀ ਪਰ ਰਜਨੀ ਬਿਲਕੁਲ ਨਹੀਂ ਸੀ ਡਰ ਰਹੀ। ਪ੍ਰਿੰਸੀਪਲ ਸਾਹਿਬ, ਅਧਿਆਪਕ ਅਤੇ ਹੋਰ ਕਰਮਚਾਰੀ ਵੀ ਝਟਪਟ ਉੱਥੇ ਆ ਗਏ। ਚੌਂਕੀਦਾਰ ਨੇ ਆਖਿਆ, ਉਸ ਨੂੰ ਜਲਦੀ ਮਾਰ ਦਿਓ, ਠੀਕ ਹੈ, ਕਿਉਂਕਿ ਜ਼ਿਆਦਾਤਰ ਅਜਿਹਾ ਹੀ ਹੁੰਦਾ ਹੈ। ਜੇਕਰ ਸੱਪ ਕਈ ਵਾਰ ਸਾਡੇ ਘਰ ਦੇ ਵਿੱਚ ਆ ਜਾਵੇ, ਦਾਖਲ ਹੋ ਜਾਵੇ, ਕਿਉਂਕਿ ਜ਼ਿਆਦਾਤਰ ਜਿਹੜੇ ਮੌਸਮ ਹੁੰਦੇ ਨੇ ਅਗਸਤ ਸਤੰਬਰ ਦੇ, ਉਹਨਾਂ ਵਿੱਚ ਬਰਸਾਤਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਆਮ ਹੀ ਹੈ ਕਿ ਪਿੰਡਾਂ ਦੇ ਵਿੱਚ ਕਈ ਵਾਰ ਸੱਪ ਵਗੈਰਾ ਆ ਜਾਂਦੇ ਹਨ ਅਤੇ ਜ਼ਿਆਦਾਤਰ ਲੋਕ ਕੀ ਕਰਦੇ ਹਨ, ਉਸ ਨੂੰ ਫਿਰ ਸੋਟੇ ਨਾਲ ਮਾਰ ਦਿੰਦੇ ਹਨ। ਪਰ ਰਜਨੀ ਜਿਹੜੀ ਹੈਗੀ, ਇੱਥੋਂ ਪਤਾ ਲੱਗਦਾ ਕਿ ਉਸ ਨੂੰ ਜਿਹੜੇ ਜੰਗਲੀ ਜਾਨਵਰ ਨੇ, ਜੰਗਲੀ ਜੀਵ ਨੇ, ਉਹਨਾਂ ਦੇ ਨਾਲ ਕਿੰਨਾ ਪਿਆਰ ਹੈ। ਕਿਉਂਕਿ ਵਿਦਿਆਰਥੀਓ, ਅਸਲ ਦੇ ਵਿੱਚ ਜਿਹੜੇ ਇਹ ਜੰਗਲੀ ਜੀਵ ਹੁੰਦੇ ਹਨ, ਇਹ ਸਾਡੀ ਪ੍ਰਕਿਰਤੀ ਦਾ ਇੱਕ ਹਿੱਸਾ ਹਨ। ਇਹ ਵੀ ਸਾਡੀ ਪ੍ਰਕਿਰਤੀ ਵਿੱਚ ਇਹਨਾਂ ਦਾ ਰਹਿਣਾ ਬੜਾ ਜ਼ਰੂਰੀ ਹੁੰਦਾ ਹੈ। ਜੇਕਰ ਇਹ ਸਾਡੀ ਪ੍ਰਕਿਰਤੀ ਵਿੱਚੋਂ ਚਲੇ ਜਾਣ ਤਾਂ ਸਾਡੀ ਪ੍ਰਕਿਰਤੀ ਦਾ ਜੋ ਸੰਤੁਲਨ ਹੈ ਉਹ ਵੀ ਖਰਾਬ ਹੋ ਜਾਂਦਾ ਹੈ। ਦੇਖੋ, ਇਹ ਗੱਲ ਸੁਣਦਿਆਂ ਸਾਰ ਹੀ ਰਜਨੀ ਬੋਲੀ, ਨਾ ਨਾ ਅੰਕਲ ਜੀ, ਇਸ ਨੂੰ ਨਾ ਮਾਰਨਾ ਪਲੀਜ਼, ਇਸ ਨੂੰ ਨਾ ਮਾਰਿਓ, ਇਹ ਮੇਰੀ ਪਕੜ ਤੋਂ ਬਾਹਰ ਨਹੀਂ ਜਾ ਸਕਦਾ ਅਤੇ ਨਾ ਹੀ ਹੁਣ ਇਹ ਕਿਸੇ ਨੂੰ ਨੁਕਸਾਨ ਕਰ ਸਕਦਾ ਹੈ। ਇਸ ਨੂੰ ਚਿੜੀਆ ਘਰ ਵਾਲਿਆਂ ਨੂੰ ਦਿੱਤਾ ਜਾਵੇ ਤਾਂ ਬੜਾ ਚੰਗਾ ਹੋਵੇਗਾ। ਰਜਨੀ ਨੇ ਬਹੁਤ ਇੱਕ ਚੰਗੀ ਸਲਾਹ ਦਿੱਤੀ। ਵਾਹ ਰਜਨੀ, ਤੂੰ ਤਾਂ ਸਿਆਣਿਆਂ ਵਾਲੀ ਗੱਲ ਕਰ ਰਹੀ ਹੈ। ਪ੍ਰਿੰਸੀਪਲ ਸਾਹਿਬ ਨੇ ਕੀ ਕਿਹਾ ਕਿ ਤੂੰ ਤਾਂ ਸਿਆਣਿਆਂ ਵਾਲੀ ਗੱਲ ਕਰ ਰਹੀ ਹੈ। ਪ੍ਰਾਣਨਾਥ ਨੇ ਰਜਨੀ ਕੋਲੋਂ ਬੜੀ ਸਾਵਧਾਨੀ ਨਾਲ ਬੈਗ ਫੜ ਲਿਆ ਅਤੇ ਫਿਰ ਇਸ ਬੈਗ ਦੇ ਮੂੰਹ ਕੁੱਟ ਕੇ ਰੱਸੀ ਨਾਲ ਬੰਨ੍ਹ ਦਿੱਤਾ। ਸਾਇੰਸ ਵਾਲੇ ਅਧਿਆਪਕ ਬੋਲੇ, ਰਜਨੀ ਠੀਕ ਕਹਿ ਰਹੀ ਹੈ ਸਰ, ਇਸ ਨੂੰ ਚਿੜੀਆ ਘਰ ਵਿੱਚ ਭਿਜਵਾਇਆ ਜਾਵੇਗਾ, ਇਸ ਨੂੰ ਆਪਾਂ ਚਿੜੀਆ ਘਰ ਦੇ ਵਿੱਚ ਭੇਜ ਦੇਵਾਂਗੇ। ਪ੍ਰਾਣਨਾਥ ਤੇ ਇੱਕ ਹੋਰ ਆਦਮੀ ਸੱਪ ਨੂੰ ਚਿੜੀਆ ਘਰ ਵਿੱਚ ਸੌਂਪਣ ਲਈ ਚਲੇ ਗਏ। ਚਿੜੀਆ ਘਰ ਦੇ ਵੱਡੇ ਅਫਸਰ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹ ਆਖਣ ਲੱਗੇ, ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਇਸ ਸੱਪ ਨੂੰ ਇੱਕ ਅਜਿਹੀ ਬਹਾਦਰ ਲੜਕੀ ਨੇ ਕਾਬੂ ਕੀਤਾ ਹੈ ਜਿਹੜੀ ਕਿ ਪੋਲੀਓ ਦੀ ਸ਼ਿਕਾਰ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਉਸਦੇ ਮਨ ਦੇ ਵਿੱਚ ਜੀਵ ਜੰਤੂਆਂ ਦੇ ਪ੍ਰਤੀ ਬਹੁਤ ਸਨੇਹ ਹੈ। ਸਨੇਹ ਮੀਨਸ ਪਿਆਰ ਹੈ। ਉਹ ਜਾਣਦੀ ਹੈ ਕਿ ਸੱਪ ਸਾਡਾ ਦੁਸ਼ਮਣ ਨਹੀਂ, ਸਗੋਂ ਇਹ ਖਤਰਾ ਮਹਿਸੂਸ ਕਰਨ ਵੇਲੇ ਹੀ ਵਿਅਕਤੀ ਨੂੰ ਆਪਣੇ ਬਚਾਓ ਵਾਸਤੇ ਡੰਗ ਮਾਰਦੇ ਹਨ। ਦੇਖੋ, ਸੱਪ ਜਿਹੜੇ ਹੈਗੇ ਨੇ ਸਾਡੇ ਦੁਸ਼ਮਣ ਨਹੀਂ ਹੈਗੇ ਇਹ, ਪਰ ਦੇਖੋ ਹਰ ਇੱਕ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ। ਜਿਸ ਤਰ੍ਹਾਂ ਸਾਨੂੰ ਸੱਪ ਤੋਂ ਡਰ ਲੱਗਦਾ ਹੈ, ਉਹ ਵੀ ਸਾਡੇ ਤੋਂ ਡਰਦਾ ਹੈ। ਜਦੋਂ ਉਸ ਨੂੰ ਕੋਈ ਖਤਰਾ ਮਹਿਸੂਸ ਹੁੰਦਾ ਹੈ ਸੱਪ ਨੂੰ, ਫਿਰ ਉਸ ਸਮੇਂ ਉਹ ਆਪਣੀ ਜਾਨ ਬਚਾਉਣ ਦੇ ਲਈ ਡੰਗ ਮਾਰਦਾ ਹੈ, ਵੈਸੇ ਨਹੀਂ ਮਾਰਦਾ। ਆਮ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਤਾਂ ਕਿ ਇਹ ਜ਼ਹਿਰ ਤੋਂ ਇਸ ਦੇ ਜ਼ਹਿਰ ਤੋਂ ਕਈ ਲਾਭਦਾਇਕ ਦਵਾਈਆਂ ਵੀ ਬਣਦੀਆਂ ਹਨ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸਦਾ ਜੋ ਜ਼ਹਿਰ ਹੈ ਉਹ ਕਿੰਨਾ ਸਾਡੇ ਵਾਸਤੇ ਫਾਇਦੇਮੰਦ ਵੀ ਹੈ। ਸਕੂਲ ਦਾ ਸਾਲਾਨਾ ਸਮਾਗਮ ਹੋਇਆ। ਜੋ ਐਨੂਅਲ ਫੰਕਸ਼ਨ ਹੁੰਦਾ ਹੈ ਉਸ ਨੂੰ ਪੰਜਾਬੀ ਦੇ ਵਿੱਚ ਸਾਲਾਨਾ ਸਮਾਗਮ ਬੋਲਿਆ ਜਾਂਦਾ ਹੈ। ਰਜਨੀ ਨੂੰ ਬਹਾਦਰੀ ਦੇ ਇਨਾਮ ਦੇਣ ਲਈ ਚਿੜੀਆ ਘਰ ਦੇ ਮੁੱਖ ਅਫਸਰ ਖੁਦ ਸਕੂਲੇ ਆਏ ਅਤੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਣ ਲੱਗੇ, ਇਸ ਬਹਾਦਰ ਲੜਕੀ ਨੇ ਸਾਡੇ ਸਾਰਿਆਂ ਵਾਸਤੇ ਇੱਕ ਮਿਸਾਲ ਹੈ। ਜੋ ਇਹ ਲੜਕੀ ਹੈ ਸਾਡੇ ਸਾਰਿਆਂ ਵਾਸਤੇ ਇੱਕ ਐਗਜ਼ਾਮਪਲ ਹੈ, ਇੱਕ ਮਿਸਾਲ ਹੈ ਜੋ ਆਪਣੀ ਸਰੀਰਕ ਅਪੰਗਤਾ ਦੇ ਬਾਵਜੂਦ ਵੀ ਕਿਸੇ ਕੋਲੋਂ ਘੱਟ ਨਹੀਂ। ਚਾਹੇ ਉਹ ਹੈਂਡੀਕੈਪਟ ਹੈ ਪਰ ਉਹਦੇ 'ਚ ਦਲੇਰੀ ਬਹੁਤ ਜ਼ਿਆਦਾ ਹੈ। ਮੈਂ ਆਪਣੇ ਵੱਲੋਂ ਇਸ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਭੇਜਣ ਦੀ ਸਿਫਾਰਿਸ਼ ਕਰਾਂਗਾ ਕਿਉਂਕਿ ਇਸ ਨੇ ਆਪਣੀ ਹਾਜ਼ਰ ਦਿਮਾਗੀ ਨਾਲ ਨਾ ਕੇਵਲ ਆਪਣੇ ਜਮਾਤੀਆਂ ਨੂੰ ਖਤਰੇ ਤੋਂ ਬਚਾਇਆ, ਸਗੋਂ ਬੜੀ ਬਹਾਦਰੀ ਨਾਲ ਸੱਪ ਨੂੰ ਕਾਬੂ ਕਰਕੇ ਸਾਡੇ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਹੈ। ਇਨਾਮ ਲੈਣ ਉਪਰੰਤ ਜਦੋਂ ਰਜਨੀ ਆਪਣੀਆਂ ਸਹੇਲੀਆਂ ਨੂੰ ਮਿਲ ਰਹੀ ਸੀ ਤਾਂ ਕੁਝ ਸਹੇਲੀਆਂ ਕਹਿ ਰਹੀਆਂ ਸਨ, ਰਜਨੀ, ਜਿਹੜਾ ਕੰਮ ਅਸੀਂ ਨਹੀਂ ਕਰ ਸਕੀਆਂ ਉਹ ਤੂੰ ਇਕੱਲੀ ਨੇ ਕਰ ਦਿਖਾਇਆ। ਸਾਨੂੰ ਤੇਰੇ 'ਤੇ ਮਾਣ ਹੈ। ਰਜਨੀ ਬੋਲੀ,
ਦ੍ਰਿੜ ਨਿਸ਼ਚਾ ਹੋਵੇ ਤਾਂ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਆਸਾਨੀ ਦੇ ਨਾਲ ਕਾਬੂ ਕੀਤਾ ਜਾ ਸਕਦਾ ਹੈ। ਦੇਖੋ ਸਟੂਡੈਂਟ ਵਿਦਿਆਰਥੀਓ, ਦ੍ਰਿੜ ਨਿਸ਼ਚਾ ਹੋਣਾ ਚਾਹੀਦਾ, ਸਾਨੂੰ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਹੋਣਾ ਚਾਹੀਦਾ ਹੈ। ਜਦੋਂ ਸਾਨੂੰ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਹੋਊਗਾ, ਦ੍ਰਿੜ ਸਾਡਾ ਨਿਸ਼ਚਾ ਹੋਊਗਾ, ਅਸੀਂ ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਵੱਡੇ ਤੋਂ ਵੱਡੇ ਸੰਕਟ ਦਾ ਵੀ ਸਾਹਮਣਾ ਅਸੀਂ ਕਰ ਸਕਦੇ ਹਾਂ। ਰਜਨੀ ਨੇ ਆਖਿਆ ਉਸਦੇ ਕੁਝ ਜਮਾਤੀ ਤਾੜੀਆਂ ਵਜਾਉਂਦੇ ਹੋਏ ਆਖ ਰਹੇ ਸਨ, ਰਜਨੀ ਜ਼ਿੰਦਾਬਾਦ, ਰਜਨੀ ਜ਼ਿੰਦਾਬਾਦ। ਇੰਨੇ ਨੂੰ ਆਪਣੇ ਜਮਾਤੀਆਂ ਵਿੱਚ ਘਿਰੀ ਰਜਨੀ ਕੋਲ ਉਸਦੇ ਮੰਮੀ ਪਾਪਾ ਆਏ। ਉਹਨਾਂ ਆ ਕੇ ਰਜਨੀ ਨੂੰ ਗਲਵੱਕੜੀ ਵਿੱਚ ਲੈ ਲਿਆ, ਭਾਵ ਆਪਣੀ ਜੱਫੀ ਦੇ ਵਿੱਚ ਲੈ ਲਿਆ। ਰਜਨੀ ਨੂੰ ਮਾਪਿਆਂ ਜਿਵੇਂ ਉਸ ਦੀ ਬੇਜਾਨ ਲੱਤਾਂ ਵਿੱਚ ਜਾਨ ਆ ਗਈ ਹੋਵੇ ਅਤੇ ਉਸ ਦੀ ਤਾਕਤ ਵੀ ਦੁੱਗਣੀ ਹੋ ਗਈ ਹੋਵੇ। ਜਦੋਂ ਉਸਦੇ ਮਾਤਾ ਪਿਤਾ ਨੇ ਅਜਿਹਾ ਕੀਤਾ, ਬੱਚਿਆਂ ਨੇ ਤਾੜੀਆਂ ਮਾਰੀਆਂ, ਰਜਨੀ ਜ਼ਿੰਦਾਬਾਦ ਕਿਹਾ, ਉਸਦੇ ਮਾਤਾ ਪਿਤਾ ਨੇ ਉਸ ਨੂੰ ਆਪਣੇ ਗਲੇ ਨਾਲ ਲਗਾਇਆ ਤਾਂ ਰਜਨੀ ਨੂੰ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਉਸਦੇ ਅਪੰਗ ਲੱਤਾਂ ਦੇ ਵਿੱਚ ਜਾਨ ਆ ਗਈ ਹੋਵੇ, ਉਸਦੀ ਤਾਕਤ ਦੁੱਗਣੀ ਹੋ ਗਈ ਹੋਵੇ। ਸੋ ਵਿਦਿਆਰਥੀਓ, ਆਪਣਾ ਉਰੇ ਇਹ ਜਿਹੜਾ ਲੈਸਨ ਹੈ ਦੇਖੋ ਇਹ ਕੰਪਲੀਟ ਹੁੰਦਾ ਹੈ। ਇਸ ਲੈਸਨ ਦੇ ਕੁਝ ਕੁਐਸਚਨ ਆਨਸਰ ਨੇ, ਠੀਕ ਹੈ, ਉਹ ਤੁਸੀਂ ਦੇਖਣਾ ਹੈ। ਜਿਸ ਤਰ੍ਹਾਂ ਰਜਨੀ ਨੂੰ ਕਿਹੜੀ ਬਿਮਾਰੀ ਸੀ, ਰਜਨੀ ਸਕੂਲ ਜਾਣ ਲਈ ਕਿਸ ਦੀ ਪਰਵਾਹ ਨਹੀਂ ਸੀ ਕਰਦੀ, ਸੱਪ ਜਮਾਤ ਦੇ ਕਮਰੇ ਵਿੱਚ ਕਿਵੇਂ ਦਾਖਲ ਹੋਇਆ, ਸਭ ਤੋਂ ਪਹਿਲਾਂ ਸੱਪ ਨੂੰ ਕਿਸ ਨੇ ਵੇਖਿਆ, ਅਧਿਆਪਕ ਮੋਹਨ ਲਾਲ ਨੂੰ ਕਿਸ ਦਾ ਡਰ ਸੀ, ਸੱਪ ਕੀ ਲੱਭਣ ਵਾਸਤੇ ਇੱਧਰ ਉੱਧਰ ਦੌੜ ਰਿਹਾ ਸੀ, ਰਜਨੀ ਨੇ ਸੱਪ ਨੂੰ ਕਿੱਥੇ ਭੇਜਣ ਦੀ ਬੇਨਤੀ ਕੀਤੀ, ਚਿੜੀਆ ਘਰ ਦੇ ਅਫਸਰ ਨੇ ਰਜਨੀ ਦੇ ਨਾਂ ਦੀ ਕਿਸ ਕੋਲ ਸਿਫਾਰਿਸ਼ ਕਰਨ ਦੀ ਗੱਲ ਕੀਤੀ। ਵਿਦਿਆਰਥੀਓ, ਇਹ ਸਾਰੇ ਦੇਖੋ ਜੋ ਲੈਸਨ ਦੇ ਕੁਐਸਚਨ ਹਨ, ਤੁਸੀਂ ਸਾਰਿਆਂ ਨੇ ਇਸ ਨੂੰ ਆਪਣੀ ਪੱਕੀ ਕਾਪੀ ਉੱਤੇ, ਫੇਅਰ ਕਾਪੀ ਉੱਤੇ ਵਧੀਆ ਰਾਈਟਿੰਗ ਦੇ ਵਿੱਚ, ਸੋਹਣੀ ਲਿਖਾਈ ਦੇ ਵਿੱਚ ਕਰਨਾ ਹੈ। ਆਪ ਆਪਣੀ ਸ਼ਬਦਾਵਲੀ ਦੇਖੋ, ਸਾਰਾ ਲੈਸਨ ਦੀ PDF ਮੈਂ ਤੁਹਾਨੂੰ ਭੇਜ ਰਿਹਾ ਹਾਂ, ਇਸ ਲਈ ਮੈंने ਇਸ ਵਾਰ PDF ਵੀ ਨਾਲ ਭੇਜੀ ਹੈ ਕਿ ਤੁਸੀਂ ਉਸ PDF ਤੋਂ ਇੱਕ ਵਾਰ ਸੈਲਫ ਸਟੱਡੀ ਕਰ ਸਕੋ, ਆਪ ਵੀ ਲੈਸਨ ਰੀਡ ਕਰ ਸਕੋ। ਤੁਸੀਂ ਵੀਡੀਓ ਦੇਖਣੀ ਹੈ, ਵੀਡੀਓ ਦੇਖੋ, ਉਸ ਦੇ ਨਾਲ ਹੀ ਤੁਸੀਂ ਨੇ ਫਿਰ ਕੀ ਕਰਨਾ ਹੈ, ਜੋ ਮੈਂ PDF ਤੁਹਾਨੂੰ ਭੇਜ ਰਿਹਾ ਹਾਂ ਤੁਸੀਂ ਉਸ PDF ਨੂੰ ਪੜ੍ਹਨਾ ਹੈ। ਉਸ ਤੋਂ ਬਾਅਦ ਵਿੱਚ ਜਿਹੜੇ ਕੁਐਸਚਨ ਆਨਸਰ ਨੇ, ਤੁਸੀਂ ਉਹ ਸਾਰੇ ਕੁਐਸਚਨ ਆਨਸਰ ਜਿਹੜੇ ਹੈਗੇ ਨੇ ਉਹਦੇ ਵਿੱਚੋਂ ਫਾਈਂਡ ਕਰਨੇ ਨੇ, ਲੱਭਣੇ ਨੇ, ਅਤੇ ਉਸ ਨੂੰ ਲਕੀਰ ਦੇ ਫਕੀਰ ਨਹੀਂ ਬਣਨਾ ਕਿ ਜਿਸ ਤਰ੍ਹਾਂ ਉਹਦੇ ਵਿੱਚ ਲਿਖਿਆ ਸੇਮ ਉਹੀ ਵਰਡਿੰਗ ਤੁਸੀਂ ਲਿਖਤੀ, ਤੁਸੀਂ ਕੁਛ ਆਪਣੀ ਵਰਡਿੰਗ ਉਹਦੇ ਵਿੱਚ ਐਡਿਟ ਕਰਕੇ ਲਿਖ ਸਕਦੇ ਹੋ। ਸੋ ਵਿਦਿਆਰਥੀਓ, ਇਹ ਲੈਸਨ ਆਪਣਾ ਇੱਥੇ ਹੀ ਕੰਪਲੀਟ ਹੁੰਦਾ ਹੈ ਅਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਲੈਸਨ ਚੰਗਾ ਵੀ ਲੱਗਿਆ ਹੋਣਾ। ਬੜਾ ਮੋਟੀਵੇਸ਼ਨਲ ਲੈਸਨ ਹੈ ਸਾਡੇ ਲਈ ਵੀ ਕਿ ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਦ੍ਰਿੜ ਇਰਾਦੇ ਦੇ ਨਾਲ ਚੱਲਣਾ ਚਾਹੀਦਾ ਹੈ। ਜਿਹੜਾ ਸਾਡਾ ਸੈਲਫ ਕੌਨਫੀਡੈਂਸ ਹੈ, ਇਹ ਸਾਡੀ ਜਿੱਤ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਇਕ ਸਿੱਧ ਹੁੰਦਾ ਹੈ। ਜ਼ਰੂਰੀ ਨਹੀਂ, ਕਈ ਵਾਰ ਤਾਕਤਵਰ ਇਨਸਾਨ ਆਪਣੀ ਮੂਰਖਤਾ ਦੇ ਕਾਰਨ ਸਮਾਜ ਦੇ ਵਿੱਚ ਪਿੱਛੇ ਰਹਿ ਜਾਂਦੇ ਹਨ ਅਤੇ ਉਸ ਦੇ ਨਾਲ ਹੀ ਜਿਹੜੇ ਸਮਝਦਾਰ ਲੋਕ ਹੁੰਦੇ ਹਨ, ਚਾਹੇ ਉਹ ਸਰੀਰਕ ਪੱਖ ਤੋਂ ਇੰਨੇ ਜ਼ਿਆਦਾ ਤਾਕਤਵਰ ਨਾ ਹੋਣ, ਫਿਰ ਵੀ ਉਹਨਾਂ ਨੂੰ ਉਹ ਇੰਨੇ ਮਹਾਨ ਬਣ ਜਾਂਦੇ ਹਨ। ਅਸੀਂ ਉਹਨਾਂ ਨੂੰ ਆਪਣੀਆਂ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ, ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਉਹਨਾਂ ਦਾ ਨਾਮ ਮਹਾਨ ਲੋਕਾਂ ਦੇ ਵਿੱਚ ਗਿਣਿਆ ਜਾਂਦਾ ਹੈ। ਸੋ ਵਿਦਿਆਰਥੀਓ, ਇਸ ਗੱਲ ਤੋਂ ਸਾਨੂੰ ਇਹ ਸਿੱਖਣਾ ਵੀ ਚਾਹੀਦਾ ਹੈ ਕਿ ਆਪਣਾ ਹਮੇਸ਼ਾ ਦ੍ਰਿੜ ਇਰਾਦਾ ਰੱਖੋ। ਸੋ ਆਪਣਾ ਲੈਸਨ ਕੰਪਲੀਟ ਹੈ ਜੀ ਉਰੇ, ਅਤੇ ਮੈਨੂੰ ਉਮੀਦ ਹੈ ਤੁਹਾਨੂੰ ਲੈਸਨ ਚੰਗਾ ਲੱਗਿਆ ਹੋਵੇਗਾ ਅਤੇ ਤੁਸੀਂ ਇਸ ਨੂੰ ਜ਼ਰੂਰ ਕੁਐਸਚਨ ਆਨਸਰ ਜ਼ਰੂਰ ਸੋਲਵ ਕਰਕੇ ਆਪਣੀ ਕਾਪੀ ਉੱਤੇ ਲਿਖਣੇ ਹਨ। ਧੰਨਵਾਦ, ਥੈਂਕ ਯੂ, ਬਾਏ ਬਾਏ।